ਅੱਜ ਤੁਹਾਨੂੰ ਅਸੀਂ ਪੰਜਾਬ ਦੇ ਉਸ ਜ਼ਿਲ੍ਹੇ ਦੇ ਕਿਸਾਨਾਂ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜਾ ਕਦੀ ਵੀ ਖੁਦਕੁਸ਼ੀ ਨਹੀਂ ਕਰਦਾ ਜਾਂ ਫਿਰ ਖੁਦਕੁਸ਼ੀ ਦੀ ਸੋਚ ਵੀ ਨਹੀਂ ਸਕਦਾ। ਇੱਕ ਤਾਂ ਵੱਡਾ ਕਾਰਨ ਇਹ ਹੈ ਕਿ ਸਾਡੇ ਜਿਹੜੇ ਲੋਕ ਨੇ ਸਿਰਫ ਝੋਨੇ ਤੇ ਯਾਰ ਕਣਕ ਤੇ ਨਿਰਭਰ ਨਹੀਂ ਕਰਦੇ। ਜ਼ਿਆਦਾਤਰ ਮੋਸਟਲੀ 90% ਸਬਜ਼ੀ ਹੀ ਲਗਾਉਂਦੇ ਨੇ ਔਰ ਜਿਸ 'ਚ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਨੇ, ਜਿਸ ਕਰਕੇ ਅਗਰ ਉਹਨੂੰ ਇੱਕ ਫਸਲ ਜਿਹੜੀ ਹੈ 1.5 ਮਹੀਨੇ 2 ਮਹੀਨੇ ਬਾਅਦ ਤਿਆਰ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹਦੀ ਆਮਦਨ ਸ਼ੁਰੂ ਹੋ ਜਾਂਦੀ ਹੈ। ਸਾਨੂੰ ਜੀ 10 ਸਾਲ ਹੋ ਗਏ ਸਬਜ਼ੀ ਦਾ ਕੰਮ ਕਰਦੇ ਨੂੰ। 2 ਏਕੜ ਜ਼ਮੀਨ ਹੈ, ਵਧੀਆ ਚੱਲ ਰਿਹਾ ਪੂਰਾ, ਕੋਈ ਚੱਕਰ ਨਹੀਂ। ਝੋਨੇ ਨਾਲੋਂ ਇਹ ਸਬਜ਼ੀ ਦਾ ਕੰਮ ਵਧੀਆ ਲੱਗਿਆ ਤੁਹਾਨੂੰ? ਸਬਜ਼ੀ ਦਾ ਤਾਂ ਬਹੁਤ ਵਧੀਆ ਜੀ ਕੰਮ। ਥੋੜੀ ਸਬਜ਼ੀ ਲਾਈ ਦੀ ਹੈ, 2-3 ਵਿੱਗੇ, ਐਨ ਵਧੀਆ ਚੱਲ ਰਿਹਾ। ਤਾਂ ਜਿਹੜੇ ਇੱਥੇ ਦੇ ਆੜ੍ਹਤੀ ਨੇ ਉਹ ਕਿਸੇ ਵੀ ਕਿਸਾਨ ਤੋਂ ਵਿਆਜ ਨਹੀਂ ਲੈਂਦੇ, ਕਿਉਂਕਿ ਸਾਡੇ ਇਸਲਾਮ ਦਾ ਕਨਸੈਪਟ ਹੈ ਨਾ ਅਸੀਂ ਵਿਆਜ ਦੇ ਸਕਦੇ ਹਾਂ ਨਾ ਲੈ ਸਕਦੇ ਹਾਂ। 0% ਸਾਡੇ ਵਿਆਜ ਕੋਈ ਵੀ ਨਹੀਂ ਲੈਂਦਾ ਸਾਡੇ। ਜੇ ਕੋਈ ਪੈਸਾ ਮਾਰ ਜਾਵੇ ਫਿਰ ਮਾਰ ਜਾਵੇ ਤਾਂ ਸਬਰ ਕਰੀਦਾ। ਔਰ ਦੂਸਰੀ ਬਾਤ ਇਹ ਵੀ ਹੈ ਕਿ ਜਿਹੜੇ ਸੀਡ ਵਾਲੇ ਨੇ ਉਹ ਵੀ ਵਿਆਜ ਨਹੀਂ ਲੈਂਦੇ। ਉਹ ਸੀਡ ਉਹਨੂੰ ਉਧਾਰ ਦੇ ਦਿੰਦੇ ਨੇ ਕਿ ਜਦੋਂ ਤੇਰੀ ਫਸਲ ਆਏਗੀ ਤੂੰ ਆਪਣੀ ਫਸਲ ਪੂਰੀ ਕਰਕੇ ਪੇਮੈਂਟ ਕਟਾ ਦੀ। ਇਸੇ ਤਰ੍ਹਾਂ ਪੈਸਟੀਸਾਈਡ ਵਾਲੇ ਵੀ। ਹੁਣ ਜੇਕਰ ਸਾਰਾ ਪੰਜਾਬ ਹੀ ਝੋਨਾ ਛੱਡ ਕੇ ਸਬਜ਼ੀ ਲਾਉਣ ਲੱਪੇ ਫਿਰ ਤਾਂ ਮੈਨੂੰ ਲੱਗਦਾ ਸਬਜ਼ੀ ਤਾਂ ਆਮ ਹੋ ਜਾਣੀ ਹੈ। ਸਤਿ ਸ਼੍ਰੀ ਅਕਾਲ, ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਆ ਰਾਹੁਲ ਕਾਲਾ। ਅੱਜ ਤੁਹਾਨੂੰ ਅਸੀਂ ਪੰਜਾਬ ਦੇ ਉਸ ਜ਼ਿਲ੍ਹੇ ਦੇ ਕਿਸਾਨਾਂ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜਾ ਕਦੀ ਵੀ ਖੁਦਕੁਸ਼ੀ ਨਹੀਂ ਕਰਦਾ ਜਾਂ ਫਿਰ ਖੁਦਕੁਸ਼ੀ ਦੀ ਸੋਚ ਵੀ ਨਹੀਂ ਸਕਦਾ। ਦੂਸਰੇ ਪਾਸੇ ਉਸ ਨੂੰ ਜਿਹੜਾ ਪੈਸਾ ਮਿਲਦਾ ਹੈ ਖੇਤੀ ਨੂੰ ਲੈ ਕੇ ਜਾਂ ਹੋਰ ਤਰ੍ਹਾਂ ਦਾ ਬਿਨਾਂ ਵਿਆਜ ਤੋਂ ਦਿੱਤਾ ਜਾਂਦਾ ਹੈ। ਤਾਂ ਕੀ ਕਾਰਨ ਹੈ ਕਿ ਇੱਥੋਂ ਦਾ ਕਿਸਾਨ ਜਿਹੜਾ ਹੈਗਾ ਉਹ ਖੁਦਕੁਸ਼ੀ ਨਹੀਂ ਕਰ ਰਿਹਾ, ਜਦ ਕਿ ਪੰਜਾਬ ਦੇ ਬਾਕੀ ਜ਼ਿਲ੍ਹੇ, ਉਹ ਬਠਿੰਡਾ ਲਾ ਲਓ, ਦੁਆਬੇ ਦਾ ਏਰੀਆ ਲਾ ਲਓ, ਮਾਲਵੇ ਲਾ ਲਓ ਜਾਂ ਫਿਰ ਮਾਝੇ ਦਾ ਲਾ ਲਓ, ਤਾਂ ਉਹਨਾਂ ਦੇ ਵਿੱਚ ਲਗਾਤਾਰ ਕਿਸਾਨ ਕਰਜ਼ੇ ਦੇ ਦਬਾਅ ਹੇਠ ਆਣ ਕੇ ਖੁਦਕੁਸ਼ੀਆਂ ਕਰ ਰਹੇ ਨੇ। ਪਰ ਇਸ ਜ਼ਿਲ੍ਹੇ ਦੇ ਵਿੱਚ ਜਿੱਥੇ ਅਸੀਂ ਖੜੇ ਹਾਂ, ਇਸ ਜ਼ਿਲ੍ਹੇ ਦਾ ਕਿਸਾਨ ਜਿਹੜਾ ਹੈ ਖੁਦਕੁਸ਼ੀ ਨਹੀਂ ਕਰਦਾ। ਗੱਲਬਾਤ ਕਰਦੇ ਹਾਂ, ਮੇਰੇ ਨਾਲ ਕੁਝ ਕਿਸਾਨ ਨੇ ਔਰ ਜਾਣਾਂਗੇ। ਜੇਕਰ ਤੁਹਾਨੂੰ ਵੀ ਵਧੀਆ ਲੱਗਦਾ ਹੈ ਤਾਂ ਤੁਸੀਂ ਵੀ ਇਸ ਨੂੰ ਸ਼ੇਅਰ ਕਰ ਸਕਦੇ ਹੋ ਤਾਂ ਜੋ ਪੰਜਾਬ ਦੇ ਬਾਕੀ ਤਮਾਮ ਜ਼ਿਲ੍ਹਿਆਂ ਤੱਕ ਗੱਲਬਾਤ ਪਹੁੰਚ ਸਕੇ। ਭਾਈ ਜੀ, ਸਭ ਤੋਂ ਪਹਿਲਾਂ ਸਵਾਗਤ ਹੈ, ਤੁਹਾਡਾ ਨਾਮ ਕੀ ਹੈ? ਮੁਹੰਮਦ ਅਰਸ਼ਦ ਜੀ। ਭਾਈ ਜੀ, ਕਿਸਾਨ ਜਿਹੜਾ ਜਿਵੇਂ ਮੈਂ ਬੋਲਿਆ, ਅੰਕੜੇ ਵੀ ਸਰਕਾਰੀ ਹੈਗੇ ਨੇ ਕਿ ਅਸੀਂ ਮਲੇਰਕੋਟਲਾ ਦੇ ਵਿੱਚ ਹਾਂ। ਮਲੇਰਕੋਟਲਾ ਦਾ ਕਿਸਾਨ ਖੁਦਕੁਸ਼ੀ ਕਿਉਂ ਨਹੀਂ ਕਰਦਾ? ਸਰ, ਮਲੇਰਕੋਟਲੇ ਕਿਸਾਨ ਖੁਦਕੁਸ਼ੀ ਕਰਨ ਦੇ ਕਈ ਕਾਰਨ ਨੇ ਨਾ ਕਰਨ ਦੇ। ਇੱਕ ਤਾਂ ਵੱਡਾ ਕਾਰਨ ਇਹ ਹੈ ਕਿ ਸਾਡੇ ਜਿਹੜੇ ਲੋਕ ਨੇ ਸਿਰਫ ਝੋਨੇ ਤੇ ਯਾਰ ਕਣਕ ਤੇ ਨਿਰਭਰ ਨਹੀਂ ਕਰਦੇ। ਉਹ ਹਾਰਡ ਵਰਕਰ ਨੇ, ਉਹ ਸਾਰਾ ਸਾਲ ਸਬਜ਼ੀ ਲਗਾਉਂਦੇ ਨੇ, ਜਿਸ ਕਰਕੇ ਉਹਨਾਂ ਦਾ ਆਮਦਨ ਦਾ ਸੋਰਸ ਜਿਹੜਾ ਬਦਲ ਜਾਂਦਾ। ਠੀਕ ਹੈ ਨਾ। ਤੁਸੀਂ ਜੇ ਦੂਸਰੀ ਤਰਫ ਦੇਖੋਗੇ, ਜਿਹੜਾ ਝੋਨਾ ਲਗਾਉਂਦੇ ਨੇ ਜਾਂ ਕਣਕ ਲਗਾਉਂਦੇ ਨੇ, ਉਹ ਸਾਲ ਬਾਅਦ ਉਹਨਾਂ ਨੂੰ ਜਿਹੜੀ ਆਮਦਨ ਆਉਂਦੀ ਹੈ ਔਰ ਉਹਦੇ ਵਿੱਚ ਵੀ ਤੁਸੀਂ ਦੇਖਦੇ ਹੋ ਕਈ ਵਾਰ ਕਈ ਕਾਰਨਾਂ ਕਰਕੇ ਫਸਲਾਂ ਖਰਾਬ ਹੋ ਜਾਂਦੀਆਂ ਨੇ ਜਾਂ ਕਈ ਵਾਰ ਝਾੜ ਨਹੀਂ ਨਿਕਲਦਾ। ਔਰ ਦੂਸਰਾ ਵੱਡਾ ਕਾਰਨ ਇਹ ਵੀ ਹੁੰਦਾ ਉਹਨਾਂ ਦਾ ਖੁਦਕੁਸ਼ੀ ਕਰਨ ਦਾ ਕਿ ਉਹ ਜਿਹੜੇ ਨੇ ਆੜ੍ਹਤੀ ਤੋਂ ਵੀ ਕਰਜ਼ੇ ਦੇ ਲੋਨ ਦੇ ਉੱਪਰ ਪੈਸਾ ਲਿਆ ਹੁੰਦਾ ਉਹਨਾਂ ਦਾ। ਠੀਕ ਹੈ ਜੀ। ਉਧਰੋਂ ਫਸਲ ਖਰਾਬ ਹੋ ਜਾਂਦੀ ਹੈ ਜਾਂ ਝਾੜ ਘੱਟ ਨਿਕਲਦਾ ਤਾਂ ਉਹਨਾਂ ਤੋਂ ਜਿਹੜਾ ਵਿਆਜ ਆ ਉਹੀ ਨਹੀਂ ਪੂਰਾ ਹੁੰਦਾ ਕਈ ਵਾਰ। ਠੀਕ ਹੈ। ਔਰ ਘਰੇਲੂ ਚੀਜ਼ਾਂ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ। ਉਹ ਫਿਰ ਉਹ ਕਿਤੇ ਨਾ ਪ੍ਰੈਸ਼ਰਾਈਜ਼ ਹੋ ਕੇ ਆਤਮ ਹੱਤਿਆ ਵੱਲ ਜਾਂਦੇ ਨੇ। ਉਸ ਦੇ ਅਗੇਂਸਟ ਜੇ ਅਸੀਂ ਮਲੇਰਕੋਟਲੇ ਦਾ ਕਿਸਾਨ ਦੇਖੀਏ ਤਾਂ ਇਹ ਸਾਰਾ ਸਾਲ ਸਬਜ਼ੀ ਦਾ ਕਰਦਾ। ਜ਼ਿਆਦਾਤਰ ਮੋਸਟਲੀ 90% ਸਬਜ਼ੀ ਹੀ ਲਗਾਉਂਦੇ ਨੇ ਔਰ ਜਿਸ 'ਚ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਨੇ, ਜਿਸ ਕਰਕੇ ਅਗਰ ਉਹਨੂੰ ਇੱਕ ਫਸਲ ਜਿਹੜੀ ਹੈ 1.5 ਮਹੀਨੇ 2 ਮਹੀਨੇ ਬਾਅਦ ਤਿਆਰ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹਦੀ ਆਮਦਨ ਸ਼ੁਰੂ ਹੋ ਜਾਂਦੀ ਹੈ। ਔਰ ਕਿਤੇ ਨਾ ਕਿਤੇ ਅਗਰ ਇਸ ਤਰ੍ਹਾਂ ਹੁੰਦਾ ਹੈ ਕਿ ਉਹਦੀ ਇੱਕ ਫਸਲ 'ਚ ਉਹਨੂੰ ਆਮਦਨ ਨਹੀਂ ਮਿਲਦੀ ਜਾਂ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਜਾਂ ਕਈ ਵਾਰ ਰੇਟ ਨਹੀਂ ਮਿਲਦਾ, ਤਾਂ ਉਹਨੂੰ ਦੂਸਰੀ ਫਸਲ ਦੇ ਵਿੱਚੋਂ ਰੇਟ ਮਿਲ ਜਾਂਦਾ, ਜਿਸ ਨਾਲ ਉਸ ਦਾ ਸਰਕਲ ਜਿਹੜਾ ਚੱਲਦਾ ਰਹਿੰਦਾ। ਔਰ ਸੈਕਿੰਡਲੀ ਇਹ ਵੀ ਹੈ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਚਲੋ ਪੂਰੀ ਫਸਲ ਹੀ ਰੇਟ ਨਹੀਂ ਮਿਲਦਾ, ਜਿਹਦੇ ਵਿੱਚ ਕਈ ਵਾਰ ਗੋਭੀ ਦਾ ਰੇਟ ਬਹੁਤ ਡਾਊਨ ਹੋ ਜਾਂਦਾ, ਮੇਨ ਫਸਲਾਂ ਨੇ, ਤਾਂ ਉਹ ਕੀ ਕਰਦਾ ਹੈ ਕਿ ਆੜ੍ਹਤੀ ਤੋਂ ਕੁਝ ਪੈਸੇ ਲੈ ਲੈਂਦਾ। ਠੀਕ ਹੈ। ਕਿ ਇਸ ਵਾਰ ਮੈਨੂੰ ਲਾਸ ਹੋ ਗਿਆ, ਮੈਨੂੰ ਕੁਝ ਪੈਸੇ ਦਿੱਤੇ ਹਨ, ਮੈਨੂੰ ਜ਼ਰੂਰਤ ਹੈ ਹੈਲਪ ਦੀ, ਤਾਂ ਆੜ੍ਹਤੀ ਉਸ ਦੀ ਹੈਲਪ ਕਰਦਾ, ਤਾਂ ਉਹ ਫਿਰ ਆਪਣੀ ਅਗਲੀ ਫਸਲ ਲਗਾਉਂਦਾ। ਤਾਂ ਜਿਹੜੇ ਇੱਥੇ ਦੇ ਆੜ੍ਹਤੀ ਨੇ ਉਹ ਕਿਸੇ ਵੀ ਕਿਸਾਨ ਤੋਂ ਵਿਆਜ ਨਹੀਂ ਲੈਂਦੇ, ਕਿਉਂਕਿ ਸਾਡੇ ਇਸਲਾਮ ਦਾ ਕਨਸੈਪਟ ਹੈ ਨਾ ਅਸੀਂ ਵਿਆਜ ਦੇ ਸਕਦੇ ਹਾਂ ਨਾ ਲੈ ਸਕਦੇ ਹਾਂ। ਇਸ ਕਰਕੇ ਜਿਹੜਾ ਉਸ ਕਿਸਾਨ ਦੇ ਉੱਪਰ ਓਵਰ ਪ੍ਰੈਸ਼ਰ ਪੈਂਦਾ। ਇੱਕ ਤਾਂ ਉਹਦੇ ਪ੍ਰੈਸ਼ਰ ਪੈ ਕੇ ਉਹਦੀ ਕ੍ਰੌਪ ਖਤਮ ਹੋ ਗਈ, ਦੂਸਰਾ ਅਗਰ ਉਹ ਕਿਤੋਂ ਵਿਆਜ ਤੋਂ ਪੈਸੇ ਲਏਗਾ ਤਾਂ ਡਬਲ ਪ੍ਰੈਸ਼ਰ ਹੋ ਜਾਏਗਾ। ਤਾਂ ਉਹਨੂੰ ਸਟੇਬਲ ਹੋਣ ਲਈ ਥੋੜ੍ਹਾ ਜਿਹਾ ਰਿਲੀਫ ਮਿਲਦੀ ਹੈ ਕਿ ਉਹ ਬਿਨਾਂ ਵਿਆਜ ਤੋਂ ਪੈਸੇ ਲੈ ਕੇ ਅਗਲੀ ਫਸਲ ਦੀ ਤਿਆਰੀ ਕਰਦਾ। ਇੱਕ ਵੱਡਾ ਕਾਰਨ ਇਹ ਵੀ ਹੈ।
ਔਰ ਦੂਸਰੀ ਬਾਤ ਇਹ ਵੀ ਹੈ ਕਿ ਜਿਹੜੇ ਸੀਡ ਵਾਲੇ ਨੇ, ਸੀਡ ਦੀਆਂ ਦੁਕਾਨਾਂ ਨੇ, ਉਹ ਵੀ ਮੋਸਟਲੀ ਮੁਹੰਮਡਨੀ ਨੇ, ਉਹ ਵੀ ਵਿਆਜ ਨਹੀਂ ਲੈਂਦੇ। ਉਹ ਸੀਡ ਉਹਨੂੰ ਉਧਾਰ ਦੇ ਦਿੰਦੇ ਨੇ ਕਿ ਜਦੋਂ ਤੇਰੀ ਫਸਲ ਆਏਗੀ ਤੂੰ ਆਪਣੀ ਫਸਲ ਪੂਰੀ ਕਰਕੇ ਪੇਮੈਂਟ ਕਟਾ ਦੀ। ਇਸੇ ਤਰ੍ਹਾਂ ਪੈਸਟੀਸਾਈਡ ਵਾਲੇ ਵੀ, ਤਾਂ ਉਸ ਨੂੰ ਜਿਹੜੀ ਅਗਲੀ ਫਸਲ ਹੈ, ਜਦੋਂ ਕੋਲ ਆਪਣੀ ਪੈਸਾ ਨਹੀਂ ਹੁੰਦਾ ਇੱਕ ਫਸਲ ਨੂੰ ਉਗਾਉਣ ਦਾ, ਤਾਂ ਆੜ੍ਹਤੀਏ ਕੁਛ ਹੈਲਪ ਕਰਦੇ ਨੇ, ਕੁਛ ਸੀਡ ਵਾਲੇ ਹੈਲਪ ਕਰਦੇ ਨੇ, ਕੁਛ ਪੈਸਟੀਸਾਈਡ ਵਾਲੇ ਹੈਲਪ ਕਰਦੇ ਨੇ। ਇਸ ਕਰਕੇ ਉਹ ਆਪਣੀ ਫਸਲ ਅਗਲੀ ਜਿਹੜੀ ਆ ਜਾਂਦੀ ਹੈ, ਫਿਰ ਜਦੋਂ ਉਹਨੂੰ ਕੁਛ ਕਮਾਈ ਹੁੰਦੀ ਹੈ, ਫਿਰ ਉਹ ਸਾਰਿਆਂ ਦਾ ਵਾਪਸ ਕਰਦਾ, ਉਹਦਾ ਘਰ ਦਾ ਸਰਕਲ ਵੀ ਚੱਲਦਾ ਰਹਿੰਦਾ ਹੈ। ਔਰ ਸਭ ਤੋਂ ਵੱਡੀ ਗੱਲ ਮੈਂ ਇਹ ਕਹਿਣਾ ਕਿ ਉਹਨਾਂ ਦਾ ਜਿਹੜਾ ਪੂਰਾ ਸਾਲ ਇੱਕ ਸਿਸਟਮ ਚੱਲਦਾ ਰਹਿੰਦਾ ਹੈ ਕਿ ਇੱਕ ਸਬਜ਼ੀ ਲਗਾਤੀ ਫਿਰ ਦੂਸਰੀ, ਪੂਰਾ ਸਾਲ ਰੋਜ਼ ਇਨਕਮ ਆਉਂਦੀ ਹੈ। ਇਹ ਇੱਕ ਵੱਡਾ ਕਾਰਨ ਹੈ। ਔਰ ਦੂਸਰਾ ਵੱਡਾ ਕਾਰਨ ਹੈ, ਅਗਰ ਸਾਡੇ ਕਿਸਾਨ ਨੂੰ ਕਿਤੇ ਨਾ ਕਿਤੇ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਵੀ ਕਦੇ ਹੋ ਜਾਂਦਾ ਹੈ, ਮਤਲਬ ਦੋ ਫਸਲਾਂ ਵੀ ਖਰਾਬ ਹੋ ਜਾਂਦੀਆਂ ਨੇ, ਤਾਂ ਸਾਡਾ ਇਸਲਾਮ ਦਾ ਕਨਸੈਪਟ ਹੈ, ਸਾਨੂੰ ਕਿਹਾ ਗਿਆ ਕਿ ਕੋਈ ਬੰਦਾ ਆਤਮ ਹੱਤਿਆ ਨਹੀਂ ਕਰ ਸਕਦਾ, ਕਿਉਂਕਿ ਉਸ ਰੱਬ ਦਾ ਸਾਨੂੰ ਕਿਹਾ ਗਿਆ, ਹਰ ਇਨਸਾਨ ਨੂੰ ਕਿਹਾ ਗਿਆ ਕਿ ਆਪਣੇ ਆਪ ਨੂੰ ਮਾਰੋ ਨਾ। ਠੀਕ ਹੈ, ਅਗਰ ਕੋਈ ਮਾੜਾ ਟਾਈਮ ਆਉਂਦਾ ਤਾਂ ਅਗਲਾ ਟਾਈਮ ਅੱਛਾ ਵੀ ਆਏਗਾ। ਔਰ ਜੋ ਆਪਣੇ ਆਪ ਨੂੰ ਆਤਮ ਹੱਤਿਆ ਕਰਦਾ, ਰੱਬ ਉਸ ਤੋਂ ਬਹੁਤ ਨਾਰਾਜ਼ ਹੁੰਦਾ ਹੈ। ਤੇ ਇਸਲਾਮ ਦਾ ਇੱਕ ਵੱਡਾ ਕਨਸੈਪਟ ਹੈ। ਤੇ ਇਸ ਕਰਕੇ ਇਹ ਵੱਡਾ ਕਾਰਨ ਹੈ ਸਾਡੇ ਕਿ ਜਿਹੜੇ ਕਿਸਾਨ, ਔਰ ਸਾਡੇ ਤਾਂ ਈਵਨ ਇਹ ਵੀ ਹੈ ਕਿ ਜੇ ਤੁਸੀਂ ਅਰਾਊਂਡ ਮਲੇਰਕੋਟਲੇ ਦੇ 20 ਕਿਲੋਮੀਟਰ 25 ਕਿਲੋਮੀਟਰ ਦੇਖੋਗੇ, ਸਾਡੇ ਜਿਹੜੇ ਜ਼ਿਮੀਂਦਾਰ ਭਰਾ ਵੀ ਨੇ, ਉਹ ਵੀ ਸਾਡੇ ਮੁਸਲਿਮ ਭਰਾਵਾਂ ਨੂੰ ਦੇਖ ਕੇ ਉਹਨਾਂ ਦਾ ਕਲਚਰ ਵੀ ਖੇਤੀ ਦਾ ਜੋ ਹੈ, ਝੋਨਾ ਜੀਰੀ ਕਣਕ ਛੱਡ ਕੇ ਸਬਜ਼ੀਆਂ ਵੱਲ ਹੀ ਆਇਆ ਹੋਇਆ। ਹੁਣ ਮਲੇਰਕੋਟਲੇ ਜਿੰਨੀ ਸਬਜ਼ੀ ਆਉਂਦੀ ਹੈ, ਉਹ 'ਚੋਂ 50% ਤੋਂ ਜ਼ਿਆਦਾ ਜ਼ਿਮੀਂਦਾਰ ਭਰਾਵਾਂ ਦੀ ਆਉਣ ਲੱਗ ਗਈ, ਕਿਉਂਕਿ ਉਹਨਾਂ ਕੋਲ ਜ਼ਮੀਨਾਂ ਜ਼ਿਆਦਾ ਨੇ, ਸਾਡੇ ਕੋਲ ਜ਼ਮੀਨਾਂ ਘੱਟ ਨੇ। ਔਰ ਸਾਡੇ ਜਿਹੜੇ ਮੁਹੰਮਡਨ ਵੀ ਨੇ, ਇਹਨਾਂ ਕੋਲ ਜ਼ਮੀਨਾਂ ਥੋੜ੍ਹੀਆਂ ਨੇ, ਉਹ ਲੀਜ਼ ਤੇ ਵੀ ਲੈਂਦੇ ਨੇ। ਔਰ ਜ਼ਿਮੀਂਦਾਰ ਭਰਾਵਾਂ ਕੋਲੇ ਵੱਡੀਆਂ ਜ਼ਮੀਨਾਂ ਤੋਂ ਵੱਡੇ ਲੈਵਲ ਤੇ ਵੀ ਖੇਤੀ ਕਰਨ ਲੱਗੇ। ਤੋਂ ਵੱਡਾ ਕਾਰਨ ਇਹੀ ਹੈ ਕਿ ਆਤਮ ਹੱਤਿਆ ਨਾ ਕਰਨ ਦਾ, ਕਿ ਇੱਕ ਫਸਲ 1.5 ਮਹੀਨੇ ਤਿਆਰ ਹੋ ਜਾਂਦੀ ਹੈ, 2 ਮਹੀਨਿਆਂ 'ਚ ਉਹ ਡਿਵਾਈਡ ਕਰ ਲੈਂਦੇ ਨੇ। ਫਾਰ ਐਗਜ਼ਾਮਪਲ 50 ਵਿਗੇ ਜ਼ਮੀਨ ਹੈ, ਤੋਂ 15-15 ਵਿਗਿਆਂ ਦੀਆਂ ਜਾਂ 10-10 ਵਿਗੇ ਦੀਆਂ 3-4 ਫਸਲਾਂ ਕਰ ਲੈਂਦੇ ਨੇ। ਇੱਕ ਫਸਲ ਦਾ ਰੇਟ ਨਹੀਂ ਮਿਲਦਾ ਤਾਂ ਦੂਜੀਆਂ 4 ਉਸ ਨੂੰ ਬਚਾ ਜਾਂਦੀਆਂ ਨੇ। ਇਹ ਇੱਕ ਵੱਡਾ ਕਾਰਨ ਹੈ। ਅੱਛਾ ਬਾਈ ਜੀ, ਤੁਹਾਡਾ ਕੀ ਨਾਮ ਹੈ ਔਰ ਕਿਹੜੇ ਸ਼ਹਿਰ ਤੋਂ? ਜਸਵਿੰਦਰ ਸਿੰਘ, ਇੱਥੇ ਹੀ ਲੋਕਲ ਹੀ ਆ ਜੀ। ਤੁਸੀਂ ਝੋਨੇ ਦਾ ਬਦਲ ਛੱਡਤਾ, ਹੁਣ ਝੋਨੇ ਨੂੰ ਛੱਡਤਾ? ਸਾਨੂੰ ਜੀ 10 ਸਾਲ ਹੋ ਗਏ ਸਬਜ਼ੀ ਦਾ ਕੰਮ ਕਰਦੇ ਨੂੰ। 2 ਏਕੜ ਜ਼ਮੀਨ ਹੈ, ਐਨ ਵਧੀਆ ਚੱਲ ਰਿਹਾ ਪੂਰਾ, ਕੋਈ ਚੱਕਰ ਨਹੀਂ। ਰੋਜ਼ਾਨਾ ਦੀ ਇਨਕਮ ਹੋ ਰਹੀ ਹੈ? ਹਾਂ, ਰੋਜ਼ਾਨਾ ਦੀ, ਹਾਂ ਜੀ, ਬਿਲਕੁਲ ਡੇਲੀ। ਝੋਨੇ ਨਾਲੋਂ ਇਹ ਸਬਜ਼ੀ ਦਾ ਕੰਮ ਵਧੀਆ ਲੱਗਿਆ ਤੁਹਾਨੂੰ? ਸਬਜ਼ੀ ਦਾ ਤਾਂ ਬਹੁਤ ਵਧੀਆ ਜੀ ਕੰਮ। ਥੋੜੀ ਸਬਜ਼ੀ ਲਾਈ ਦੀ ਹੈ, 2-3 ਵਿਗੇ, ਐਨ ਵਧੀਆ ਚੱਲ ਰਿਹਾ। ਬਾਈ ਜੀ ਕੀ ਨਾਮ ਹੈ ਤੁਹਾਡਾ? ਅਬਦੁਲ ਹਮੀਦ। ਬਾਈ ਜੀ ਇੱਕ ਕਨਸੈਪਟ ਮੈਨੂੰ ਤੁਸੀਂ ਦੱਸਿਆ ਵੀ ਅਸੀਂ ਜਿਹੜਾ ਹੈ ਵਿਆਜ ਤੇ ਪੈਸਾ ਨਹੀਂ ਲੈਂਦੇ ਮਲੇਰਕੋਟਲਾ ਦੇ ਵਿੱਚ, ਫਿਰ ਇਹ ਵਿਆਜ ਜਿਹੜਾ ਹੈ ਨਿਰਧਾਰਿਤ ਕਿਵੇਂ ਕੀਤਾ ਜਾਂਦਾ ਵੀ ਇੰਨੇ ਪੈਸੇ ਅਸੀਂ ਦੇਣੇ ਆ? ਅਸੀਂ ਵਿਆਜ ਦਾ ਸਾਡੇ ਇਸਲਾਮ ਦੇ ਅੰਦਰ ਬਿਲਕੁਲ ਕਨਸੈਪਟ ਨਹੀਂ ਹੈ, 0% ਹੈ, ਨਾ ਲੈਣਾ ਨਾ ਦੇਣਾ। ਇਸ ਕਰਕੇ ਜਿਹੜਾ ਵੀ ਸਾਡਾ ਕਿਸਾਨ ਹੈ ਸਾਡੇ ਤੋਂ ਪੈਸੇ ਲੈ ਕੇ ਜਾਂਦਾ ਹੈ, ਉਹਦੀ ਹੈਲਪ ਕਰਦੇ ਹਾਂ, ਅਸੀਂ ਮਦਦ ਕਰਨਾ। ਇਸਲਾਮ ਦੇ ਅੰਦਰ ਲਿਖਿਆ ਹੈ ਕਿ ਤੁਸੀਂ ਦੁਨੀਆ ਵਾਲਿਆਂ ਤੇ ਰਹਿਮ ਕਰੋ, ਰੱਬ ਤੁਹਾਡੇ ਤੇ ਰਹਿਮ ਕਰੂਗਾ। ਅਸੀਂ ਆਪਦੇ ਇਸਲਾਮ ਨੂੰ ਲੈ ਕੇ ਚੱਲਦੇ ਹਾਂ। ਕਿਸਾਨ ਕੋਈ ਵੀ ਆ ਜਾਵੇ ਤੁਹਾਡੇ ਕੋਲ, ਤੁਸੀਂ ਪੈਸੇ ਵਿਆਜ ਨਹੀਂ ਲੈਣਾ? ਨਹੀਂ ਜੀ, ਅਸੀਂ ਸਾਡੇ ਮੰਡੀ ਦੇ ਅੰਦਰ ਇਹ ਅਸੂਲ ਹੈ, ਸਾਡੇ ਇਸਲਾਮ ਦਾ ਵੀ ਉਹ ਹੈ, ਇੱਕ ਕਨਸੈਪਟ ਹੈ ਕਿ ਵਿਆਜ ਲੈਣਾ ਔਰ ਦੇਣਾ ਹਰਾਮ ਹੈ। ਮਲੇਰਕੋਟਲਾ ਦੇ ਜਿੰਨੇ ਵੀ ਕਿਸਾਨ ਹੈਗੇ ਆ, ਉਹ ਵਿਆਜ ਤੋਂ ਮੁਕਤ ਪੈਸੇ ਚੱਕਦੇ ਆੜਤ ਤੋਂ? ਹਾਂ, ਸਬਜ਼ੀ ਮੰਡੀ ਚੋਂ। ਸਾਡੀ ਜਿਹੜੀ ਸਬਜ਼ੀ ਮੰਡੀ ਹੈ ਤਕਰੀਬਨ ਮੋਸਟਲੀ ਮੁਹੰਮਡਨ ਭਾਈਚਾਰੇ ਦੀ ਹੈ, ਲੇਕਿਨ ਅਸੀਂ 0% ਸਾਡੇ ਵਿਆਜ ਕੋਈ ਵੀ ਨਹੀਂ ਲੈਂਦਾ। ਸਾਡੇ ਜੇ ਕੋਈ ਪੈਸਾ ਮਾਰ ਜਾਵੇ ਫਿਰ? ਮਾਰ ਜਾਵੇ ਤਾਂ ਸਬਰ ਕਰੀਦਾ, ਹੋਰ ਤਾਂ ਕੁਝ ਨਹੀਂ ਕਰ ਸਕਦੇ। ਭਾਈਚਾਰਕ ਸਾਂਝ ਦੇ ਨਾਲ ਹੀ ਚੱਲਿਆ ਹੋਇਆ ਕੰਮ ਸਰ। ਹਾਂਜੀ ਹਾਂਜੀ ਹਾਂਜੀ। ਬਾਈ ਜੀ ਇੱਕ ਹੋਰ ਜਿਹੜਾ ਕਨਸੈਪਟ ਤੁਸੀਂ ਕਿਹਾ ਵੀ ਸਬਜ਼ੀ ਅਸੀਂ ਬਦਲਾਅ ਚੁਣਿਆ ਸਬਜ਼ੀ, ਪਹਿਲਾਂ ਝੋਨਾ ਇੱਥੇ ਵੀ ਲੱਗਦਾ ਰਿਹਾ, ਕਣਕ ਇੱਥੇ ਵੀ ਲੱਗਦੀ ਸੀ, ਹਾਲਾਂਕਿ ਜਿਵੇਂ ਬਾਈ ਜੀ ਹੁਣੀ ਹੈ 10 ਸਾਲਾਂ ਤੋਂ ਕਣਕ ਝੋਨੇ ਨੂੰ ਛੱਡਤਾ। ਹੁਣ ਜੇਕਰ ਸਾਰਾ ਪੰਜਾਬ ਹੀ ਝੋਨਾ ਛੱਡ ਕੇ ਸਬਜ਼ੀ ਲਾਉਣ ਲੱਪਿਆ, ਫਿਰ ਤਾਂ ਮੈਨੂੰ ਲੱਗਦਾ ਸਬਜ਼ੀ ਤਾਂ ਆਮ ਹੋ ਜਾਣੀ ਹੈ। ਹਾਂ ਬਿਲਕੁਲ, ਤੁਸੀਂ ਬਹੁਤ ਅੱਛਾ ਸਵਾਲ ਕੀਤਾ ਜੀ। ਇਹਦੇ ਬਾਰੇ ਅਸੀਂ ਸਰਕਾਰ ਤੋਂ ਉਮੀਦ ਰੱਖਦੇ ਹਾਂ ਕਿ ਸਰਕਾਰ, ਵੈਸੇ ਤਾਂ ਜਿਵੇਂ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਬਹੁਤ ਐਸੀਆਂ ਨੀਤੀਆਂ ਅਪਣਾ ਰਹੇ ਨੇ, ਉਹ ਬਣਾ ਰਹੇ ਨੇ, ਉਹਨਾਂ ਨੇ ਦੱਸਿਆ, ਤੇ ਇਹਦੇ ਵਾਸਤੇ ਬਹੁਤ ਵੱਡੀਆਂ ਨੀਤੀਆਂ ਬਣਾਉਣ ਦੀ ਲੋੜ ਹੈ। ਜਿਵੇਂ ਕਿ ਆਪਾਂ ਕਹਿ ਦਈਏ, ਅਗਰ ਕਿਸਾਨ ਨੂੰ ਉਸਦਾ ਅਲਟਰਨੇਟ ਦਿੱਤਾ ਜਾਏਗਾ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹਦੇ ਲਈ, ਜਿਵੇਂ ਪਾਕਿਸਤਾਨ ਆ ਗਿਆ, ਉਹ ਚੀਜ਼ਾਂ ਨੂੰ ਐਕਸਪੋਰਟ ਕੀਤਾ ਜਾਵੇ, ਤਾਂ ਕਿ ਕਿਸਾਨ, ਦੇਖੋ ਅਗਰ ਕਿਸਾਨ ਝੋਨਾ ਨਹੀਂ ਲਗਾਉਂਦਾ ਤਾਂ ਉਹਦੇ ਬਦਲੇ ਸਰਕਾਰ ਨੂੰ ਕੁਝ ਦੇਣਾ ਪਏਗਾ। ਠੀਕ ਹੈ ਨਾ, ਉਸ ਦੀ ਫਸਲ ਦੀ ਹੈਲਪ ਕਰਨੀ ਪਊ, ਉਹਦੀ ਫਸਲ ਖਰੀਦਣੀ ਪਏਗੀ ਜਾਂ ਕਿਤੇ ਐਕਸਪੋਰਟ ਕਰਨੀ ਪਏਗੀ। ਇਹ ਤਾਂ ਜ਼ਰੂਰੀ ਹੈ। ਤਦੀ ਤਾਂ ਕਿਸਾਨ, ਅਗਰ ਸਾਰਾ ਪੰਜਾਬ ਹੀ ਸਬਜ਼ੀ ਲਗਾਉਣ ਲੱਗ ਜਾਏਗਾ, ਔਰ ਪੰਜਾਬ 'ਚ ਸਬਜ਼ੀ ਬਹੁਤ ਜ਼ਿਆਦਾ ਹੋ ਜਾਏਗੀ, ਲੇਕਿਨ ਉਹਦੀ ਜ਼ਰੂਰਤ ਹੈ ਕਿ ਸਰਕਾਰ ਨੂੰ ਕੁਝ ਨੀਤੀਆਂ ਅਪਣਾਉਣੀਆਂ ਪੈਣਗੀਆਂ, ਐਸੀਆਂ ਕਿਸਾਨ ਨੂੰ ਬਣਾ ਕੇ ਦੇਣੀਆਂ ਪੈਣਗੀਆਂ। ਉਹਦੀ ਫਸਲ ਦੀ ਗਰੰਟੀ ਕਾਰਡ ਜੋ ਹੈ ਸਰਕਾਰ ਨੂੰ ਲੈਣਾ ਪਏਗਾ। ਤਾਂ ਬਿਲਕੁਲ ਜਿਵੇਂ ਅਸੀਂ ਦੇਖਿਆ ਕਿ ਮਲੇਰਕੋਟਲਾ ਦਾ ਕਿਸਾਨ ਨੇ ਬਦਲ ਲੈ ਲਿਆ ਝੋਨੇ ਤੇ ਕਣਕ ਤੋਂ, ਯਾਨੀ ਕਿ ਰਵਾਇਤੀ ਫਸਲਾਂ ਜਿਹੜੀਆਂ ਝੋਨਾ ਕਣਕ ਅਸੀਂ ਲਗਾਉਂਦੇ ਆ ਪੰਜਾਬ ਦੇ ਵਿੱਚ, ਉਸ ਤੋਂ ਬਦਲ ਲੈ ਲਿਆ। ਕਿਉਂਕਿ ਝੋਨੇ ਦਾ ਜੇਕਰ ਤੁਸੀਂ 1 ਕਿਲੋ ਝੋਨਾ ਤਿਆਰ ਕਰਨਾ ਹੈ ਤਾਂ ਉਸ ਨੂੰ 4000 ਲੀਟਰ ਪਾਣੀ ਚਾਹੀਦਾ ਹੈ, ਤਾਂ ਉਸ ਦਾ ਬਦਲ ਕਿੰਨੀ ਮਿਹਨਤ ਹੈਗੀ ਹੈ। ਫਿਰ ਉੱਪਰੋਂ ਕੁਦਰਤੀ ਮਾਰ ਪੈ ਜੇ, ਰੱਬ ਦੀ ਮਾਰ ਪੈ ਜਾਵੇ, ਤਾਂ ਫਿਰ ਉਸ ਦਾ ਮੁਆਵਜ਼ਾ ਵੀ ਜਿਹੜਾ ਸਰਕਾਰਾਂ ਨਹੀਂ ਦਿੰਦੀਆਂ, ਤਾਂ
6 ਮਹੀਨੇ ਬਾਅਦ ਇੱਕ ਆਮਦਨ ਆਉਂਦੀ ਹੈ, 6 ਮਹੀਨੇ ਬਾਅਦ ਦੂਸਰੀ ਆਮਦਨ ਆਉਂਦੀ ਹੈ। ਅਸੀਂ ਸਿਰਫ 6-6 ਮਹੀਨੇ ਦੀ ਜਿਹੜੀ ਹੈ ਆਮਦਨ ਦੇ ਉੱਪਰ ਟਿਕੇ ਹੋਏ ਹਾਂ। ਸਬਜ਼ੀ ਲਗਾਓਗੇ, ਸਬਜ਼ੀ ਦੇ ਵਿੱਚ ਤੁਹਾਨੂੰ ਮਹੀਨੇ ਦੀ ਆਮਦਨ ਹੈ ਜਾਂ ਰੋਜ਼ਾਨਾ ਦੀ ਆਮਦਨ ਹੈ। ਇੱਕ ਫਸਲ ਜੇਕਰ ਤੁਸੀਂ ਲਗਾਉਂਦੇ ਹੋ ਤਾਂ ਉਸ ਦੇ ਵਿੱਚ ਜੋ ਆਮਦਨ ਹੁੰਦੀ ਹੈ ਉਹ ਤੁਹਾਨੂੰ ਰੋਜ਼ਾਨਾ ਦਿੰਦੀ ਹੈ, ਤੇ ਇੱਕ ਸੀਜ਼ਨ ਦੇ ਵਿੱਚ ਤੁਸੀਂ 4 ਤੋਂ 5 ਕਈ ਤਰ੍ਹਾਂ ਦੀਆਂ ਸਬਜ਼ੀਆਂ ਜਿਹੜੀਆਂ ਲਗਾ ਸਕਦੇ ਹੋ। ਤਾਂ ਇਹ ਬਦਲ ਹੈ। ਜੇਕਰ ਤੁਹਾਨੂੰ ਵਧੀਆ ਲੱਗਾ, ਆਪਣੀ ਰਾਏ ਤੁਸੀਂ ਸਾਂਝੀ ਕਰਨੀ ਹੈ ਤੇ ਨਾਲ ਹੀ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾ ਤਾਂ ਜੋ ਪੰਜਾਬ ਦੇ ਉਹਨਾਂ तमाम ਕਿਸਾਨਾਂ ਤੱਕ ਪਹੁੰਚ ਸਕੇ ਇਹ ਸੰਦੇਸ਼ ਕਿ ਅਸੀਂ ਝੋਨੇ ਦੇ ਬਦਲ ਤੇ ਕਣਕ ਦੇ ਬਦਲ ਤੋਂ ਕੀ ਚਾਹੀਦਾ ਸਾਨੂੰ ਕਿ ਅਸੀਂ ਇਹ ਲਗਾਈਏ, ਸਾਡਾ ਪਾਣੀ ਵੀ ਬਚੇ, ਧਰਤੀ ਵੀ ਬਚੇ, ਉਹ ਕੀਟਨਾਸ਼ਕ ਜੋ ਅਸੀਂ ਛਿੜਕਾਅ ਕਰਦੇ ਹਾਂ ਝੋਨੇ ਦੇ ਵਿੱਚ, ਕਣਕ ਦੇ ਵਿੱਚ, ਉਸ ਤੋਂ ਵੀ ਅਸੀਂ ਆਪਣੀ ਧਰਤ ਨੂੰ ਬਚਾ ਸਕੀਏ। ਕੈਮਰਾ ਪਰਸਨ ਸੁਰਿੰਦਰ ਦੇ ਨਾਲ ਰਾਹੁਲ ਕਾਲਾ, ਪ੍ਰੋ ਪੰਜਾਬ ਟੀਵੀ, ਮਲੇਰਕੋਟਲਾ।